ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੇ ਮਹੱਤਵਪੂਰਨ ਅਤੇ ਨਿਆਣੇ ਸਿਧਾਂਤ ਨੂੰ ਸਮਝਣ ਲਈ ਵਿਰਸਾ ਚੈਨਲ ਕਸ਼ਮੀਰ ਵੱਲੋਂ ਵਿਸ਼ੇਸ਼ ਪ੍ਰੋਗਰਾਮ ਸਿੱਖ ਧਰਮ ਫਿਲਾਸਫੀ ਲੈ ਕੇ ਦਾਸ ਹਰਲੀਨ ਕੌਰ ਹਾਜ਼ਰ ਹੈ। ਇਹ ਪ੍ਰੋਗਰਾਮ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ 5 ਭਾਗਾਂ ਵਿੱਚ ਪ੍ਰਕਾਸ਼ਿਤ ਪੁਸਤਕ ਸਿੱਖ ਧਰਮ ਫਿਲਾਸਫੀ ਆਧਾਰਿਤ ਹੈ, ਜਿਸ ਨੂੰ ਕਿ ਕੌਮ ਦੇ ਮਹਾਨ ਵਿਦਵਾਨ ਅਤੇ ਸਿੱਖ ਮਿਸ਼ਨਰੀ ਕਾਲਜ ਦੇ ਸੰਸਥਾਪਕ ਪ੍ਰਿੰਸੀਪਲ ਹਰਭਜਨ ਸਿੰਘ ਜੀ ਵੱਲੋਂ ਕਲਮਬੰਦ ਕੀਤਾ ਗਿਆ ਹੈ। ਆਓ ਸਤਿਗੁਰ ਵੱਲੋਂ ਚਲਾਏ ਗਏ ਇਸ ਨਿਰਮਲ ਤੇ ਵਿਰਸੇ ਨੂੰ ਸਮਝਣ ਦਾ ਯਤਨ ਕਰਕੇ ਆਪਣੇ ਅੰਦਰ ਵਸਾਈਏ। ਪੁੰਨ ਅਤੇ ਪਾਪ, ਨੇਕੀ ਤੇ ਬਦੀ ਕੀ ਹੈ, ਇਸ ਦਾ ਨਿਰਣੇ ਕਰਨਾ ਰੱਤਾ ਕਠਿਨ ਹੈ, ਇਸ ਲਈ ਕਿ ਇਸ ਬਾਰੇ ਮਜ਼ਹਬਾਂ ਦੀਆਂ ਮਨੋਤਾਂ ਵੱਖੋ-ਵੱਖ ਹਨ। ਇੱਕ ਆਦਮੀ ਜਿਸ ਗੱਲ ਨੂੰ ਪੁੰਨ ਸਮਝਦਾ ਹੈ, ਦੂਸਰਾ ਉਸੇ ਨੂੰ ਪਾਪ ਦੱਸਦਾ ਹੈ। ਇੱਕ ਮੁਸਲਮਾਨ ਲਈ ਬਕਰੀਦ ਵਾਲੇ ਦਿਨ ਜਾਨਵਰਾਂ ਦੀ ਕੁਰਬਾਨੀ ਕਰਨੀ ਸਵਾਬ ਹੈ, ਪਰ ਜੈਨੀ ਤੇ ਵੈਸ਼ਨਵ ਲਈ ਇਸੇ ਜੀਵ ਨੂੰ ਮਾਰਨਾ ਪਾਪ ਹੈ। ਬਦੀ ਕਿੱਥੋਂ ਆ ਗਈ ਹੈ? ਇਸ ਦਾ ਉੱਤਰ ਭਿੰਨ ਮਜ਼ਹਬਾਂ ਦੇ ਫਿਲਾਸਫਰਾਂ ਨੇ ਵੱਖੋ-ਵੱਖ ਦਿੱਤਾ ਹੈ। ਹਿੰਦੂ ਫਿਲਾਸਫਰਾਂ ਵਿੱਚ ਵੇਦਾਂਤ ਦੀ ਰਾਏ ਹੈ ਕਿ ਪਾਪ ਦਾ ਮੂਲ ਕਾਰਨ ਮਾਇਆ ਜਾਂ ਅਵਿਦਿਆ ਹੈ। ਮਨੁੱਖ ਅਗਿਆਨ ਕਰਕੇ ਮਾੜੇ ਕਰਮ ਕਰਦਾ ਹੈ। ਜਦ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਉਸ ਦੇ ਨਾਲ ਹੀ ਮਾੜੇ ਕਰਮਾਂ ਦਾ ਵੀ ਅੰਤ ਹੋ ਜਾਂਦਾ ਹੈ। ਇੱਕ ਵਿਦਵਾਨ ਨੇ ਲਿਖਿਆ ਹੈ, ਜਿਸ ਕਰਮ ਵਿੱਚ ਸਭ ਦਾ ਭਲਾ ਹੋਵੇ ਤੇ ਆਪਣਾ ਵੀ ਭਲਾ, ਉਹ ਪੁੰਨ ਤੇ ਨੇਕੀ ਹੈ। ਜਿਸ ਕਰਮ ਤੋਂ ਲੋਕਾਂ ਦਾ ਭਲਾ ਨਹੀਂ ਹੁੰਦਾ ਤੇ ਆਪਣੇ ਆਪ ਨੂੰ ਸ਼ਰਮਿੰਦਗੀ ਹੁੰਦੀ ਹੈ, ਉਹ ਪਾਪ ਹੈ। ਵਿਵੇਕ ਬੁੱਧੀ ਨਾਲ ਇਸ ਦਾ ਨਿਰਣੇ ਕਰਨ ਲਈ ਸਾਡੇ ਪਾਸ ਇਹ ਸਾਧਨ ਹਨ: ਧਰਮ ਗ੍ਰੰਥ, ਇਖਲਾਕ, ਆਪਣੀ ਜ਼ਮੀਰ ਜਾਂ ਵਿਵੇਕ ਬੁੱਧੀ। ਜਦ ਪਾਪ ਤੇ ਪੁੰਨ ਦਾ ਫੈਸਲਾ ਕਰਨਾ ਹੋਵੇ ਤਾਂ ਬੁੱਧੀ ਦਾ ਕੰਮ ਲਵੇ, ਪਰ ਇੱਕ ਗਿਆਨੀ ਪੁਰਸ਼ ਹੀ ਕਰ ਸਕਦਾ ਹੈ। ਇੱਕ ਫਕੀਰ ਤੋਂ ਕਿਸੇ ਪੁੱਛਿਆ, ਸਾਈ ਲੋਕ ਦੱਸੋ, ਪੁੰਨ ਤੇ ਨੇਕੀ ਕੀ ਹੈ ਤੇ ਬਦੀ ਕਿਸ ਨੂੰ ਆਖਦੇ ਹਨ? ਫਕੀਰ ਨੇ ਉੱਤਰ ਦਿੱਤਾ, ਜਿਸ ਕਰਮ ਦੇ ਕਰਨ ਨਾਲ ਤੁਹਾਡੀ ਆਤਮਾ ਬਲਵਾਨ ਤੇ ਉਤਸ਼ਾਹਤ ਹੋਵੇ, ਉਹ ਪੁੰਨ ਤੇ ਨੇਕੀ ਹੈ। ਜਿਸ ਦੇ ਕਰਨ ਨਾਲ ਮਨ ਕਮਜ਼ੋਰ ਹੋਵੇ, ਉਹ ਪਾਪ ਤੇ ਬਦੀ ਹੈ। ਈਸਾਈ ਤੇ ਇਸਲਾਮ ਮਤ ਦੇ ਬਦੀ ਦੀ ਜੜ ਸ਼ੈਤਾਨ ਨੂੰ ਮੰਨਿਆ ਹੈ। ਸ਼ੈਤਾਨ ਫਰਿਸ਼ਤਿਆਂ ਦਾ ਉਸਤਾਦ ਸੀ। ਕਹਿੰਦੇ ਹਨ, ਰੱਬ ਨੇ ਆਦਮ ਨੂੰ ਬਣਾਇਆ ਤੇ ਸ਼ੈਤਾਨ ਨੂੰ ਕਿਹਾ, ਤੂੰ ਇਸ ਨੂੰ ਸਜਦਾ ਕਰ। ਇਬਲੀਸ ਬੜਾ ਸਿਆਣਾ ਸੀ। ਉਸਨੇ ਉੱਤਰ ਦਿੱਤਾ, ਯਾ ਰੱਬਾ, ਤੂੰ ਨੂਰੀ ਹੈ, ਮੈਂ ਤੈਨੂੰ ਤੇ ਸਜਦਾ ਕਰ ਸਕਦਾ ਹਾਂ। ਇਹ ਆਦਮ ਖਾਕੀ ਹੈ, ਤੇਰਾ ਬਣਾਇਆ ਹੋਇਆ ਹੈ, ਇਸ ਨੂੰ ਸਜਦਾ ਕਿਵੇਂ ਕਰਾਂ? ਇਸ ਦੋਸ਼ ਵਿੱਚ ਰੱਬ ਨੇ ਉਸ ਨੂੰ ਬਹਿਸ਼ਤ ਵਿੱਚੋਂ ਕੱਢ ਦਿੱਤਾ। ਉਹ ਰੱਬ ਦਾ ਸ਼ਰੀਕ ਬਣ ਗਿਆ। ਰੱਬ ਲੋਕਾਂ ਨੂੰ ਨੇਕੀ ਵੱਲ ਲਾਉਂਦਾ ਹੈ, ਸ਼ੈਤਾਨ ਬਦੀ ਦੀ ਪ੍ਰੇਰਣਾ ਕਰਦਾ ਹੈ। ਮਨੁੱਖਾਂ ਤੱਕ ਬਦੀ ਕਿਵੇਂ ਆਈ? ਇਸ ਦਾ ਉੱਤਰ ਉਪਰੋਕਤ ਮਤ ਇਹ ਦਿੰਦੇ ਹਨ, ਮਨੁੱਖ ਦਾ ਆਰੰਭ ਬਾਬਾ ਆਦਮ ਤੇ ਹਵਾ ਤੋਂ ਹੋਇਆ। ਇਹ ਦੋਵੇਂ ਅਦਨ ਦੇ ਬਾਗ ਵਿੱਚ ਨੰਗੇ ਰਹਿੰਦੇ ਸਨ। ਉਸ ਬਾਗ ਵਿੱਚ ਇੱਕ ਬ੍ਰਿਸ਼ ਸੀ, ਜਿਸ ਦਾ ਫਲ ਖਾਣ ਤੋਂ ਰੱਬ ਵੱਲੋਂ ਆਦਮ ਤੇ ਹਵਾ ਨੂੰ ਮਨਾਹੀ ਸੀ। ਹੁਕਮ ਇਹ ਸੀ ਕਿ ਜੇਕਰ ਇਸ ਦੇ ਫਲ ਖਾਓਗੇ ਤਾਂ ਬਹਿਸ਼ਤ ਵਿੱਚੋਂ ਕੱਢੇ ਜਾਓਗੇ। ਆਦਮ ਤੇ ਹਵਾ ਸ਼ੈਤਾਨ ਦੇ ਝਾਂਸੇ ਵਿੱਚ ਆ ਗਏ। ਉਹਨਾਂ ਨੇ ਇਹ ਫਲ ਖਾ ਲਿਆ ਤੇ ਉਹਨਾਂ ਵਿੱਚ ਸ਼ੈਤਾਨੀ ਆ ਗਈ, ਇਸ ਲਈ ਬਹਿਸ਼ਤ ਵਿੱਚੋਂ ਕੱਢੇ ਗਏ। ਈਸਾਈ ਕਹਿੰਦੇ ਹਨ, ਟੂ ਐਡ ਹਿਜ਼ ਹਿਊਮਨ। ਬਦੀ ਮਨੁੱਖ ਦੇ ਸੁਭਾਅ ਵਿੱਚ ਹੈ। ਇੱਕ ਈਸਾਈ ਰੱਬ ਦਾ ਪੁੱਤਰ ਹੈ ਜੋ ਬਦੀ ਤੋਂ ਪਾਕ ਹੈ। ਉਸ ਪਰ ਈਮਾਨ ਲਾਉਣ ਨਾਲ ਮਨੁੱਖ ਬਦੀ ਤੋਂ ਬਚ ਸਕਦੇ ਹਨ। ਆਦਮ ਤੇ ਹਵਾ ਰਾਹੀਂ ਬਦੀ ਮਨੁੱਖਾਂ ਤੱਕ ਆਈ। ਇਹ ਕਹਾਣੀ ਬੱਚਿਆਂ ਵਾਲੀ ਹੈ। ਮਜ਼ਹਬ ਦਾ ਕਾਫੀ ਹਿੱਸਾ ਇਸ ਪਰ ਅੰਨਾ ਨਿਸ਼ਚੈ ਰੱਖਦਾ ਹੈ। ਸ਼ੈਤਾਨ ਵੀ ਇੱਕ ਅਜੂਬਾ ਹੈ ਜੋ ਰੱਬ ਦਾ ਸ਼ਰੀਕਾ ਕਰੀ ਜਾਂਦਾ ਹੈ। ਗੁਰਮਤ ਆਦਮ ਤੇ ਹਵਾ ਦੀ ਇਸ ਮਨੋਕਲਪਿਤ ਕਹਾਣੀ ਨੂੰ ਨਹੀਂ ਮੰਨਦੀ। ਇਹ ਕਿੰਨੀ ਹਾਸੋਹੀਣੀ ਗੱਲ ਹੈ ਕਿ ਆਦਮ ਤੇ ਹਵਾ ਦੁਆਰਾ ਕੀਤੇ ਪਾਪ ਨਾਲ ਸਾਰੀ ਸ੍ਰਿਸ਼ਟੀ ਵਿੱਚ ਪਾਪ ਅਸਰ ਗਿਆ। ਗੁਰਮਤ ਦਾ ਸਿਧਾਂਤ ਤਾਂ ਇਹ ਹੈ ਕਿ ਕਿਸੇ ਇੱਕ ਦੇ ਕੀਤੇ ਪਾਪ ਦਾ ਫਲ ਉਸ ਨੂੰ ਹੀ ਭੁਗਤਣਾ ਪਵੇਗਾ, ਹੋਰਨਾਂ ਨੂੰ ਨਹੀਂ। ਜੇ ਸ਼ੈਤਾਨ ਦੀ ਹੋਂਦ ਨੂੰ ਮੰਨ ਲਿਆ ਜਾਵੇ ਤਾਂ ਇਸ ਦਾ ਅਰਥ ਇਹ ਹੋਵੇਗਾ ਕਿ ਰੱਬ ਦੋ ਹੋ ਗਏ, ਪਰ ਗੁਰਮਤ ਦਾ ਸਿਧਾਂਤ ਤਾਂ ਇਹ ਹੈ ਕਿ ਰੱਬ ਕੇਵਲ ਇੱਕ ਹੈ, ਜੋ ਸਰਬ ਸ਼ਕਤੀਮਾਨ ਹੈ, ਜੀਵਾਲਣ ਵਾਲਾ, ਪਾਲਣ ਵਾਲਾ, ਮਾਰਨ ਵਾਲਾ ਉਹ ਆਪ ਹੀ ਹੈ। ਕੋਈ ਸ਼ੈਤਾਨ ਉਸ ਦਾ ਸ਼ਰੀਕ ਨਹੀਂ ਹੋ ਸਕਦਾ। ਗੁਰਮਤ ਸ਼ੈਤਾਨ ਦੀ ਹੋਂਦ ਨੂੰ ਉੱਕਾ ਹੀ ਨਹੀਂ ਮੰਨਦੀ। ਗੁਰਮਤ ਮਾਇਆ ਤੇ ਸੰਕਲਪ ਨੂੰ ਮੰਨਦੀ ਹੈ, ਜੋ ਪ੍ਰਭੂ ਨੇ ਆਪ ਪੈਦਾ ਕੀਤੀ। ਇਹ ਮਾਇਆ ਹੀ ਮਨੁੱਖ ਨੂੰ ਅਧਰਮ ਅਤੇ ਪਾਪ ਵਾਲੇ ਪਾਸੇ ਤੋਰਦੀ ਹੈ, ਪਰ ਗੁਰਸਿੱਖ ਸ਼ਬਦ ਗੁਰੂ ਦੀ ਕਿਰਪਾ ਸਦਕਾ ਮਾਇਆ ਦੀ ਅਸਲੀਅਤ ਨੂੰ ਸਮਝ ਜਾਂਦੇ ਹਨ
ਅਤੇ ਮਾਇਆ ਦੇ ਹੱਲਿਆਂ ਨੂੰ ਪਛਾਣ ਸਕਦੇ ਹਨ। ਪ੍ਰਭੂ ਦੇ ਮੁਕਾਬਲੇ ਵਿੱਚ ਮਾਇਆ ਦੀ ਰੱਤੀ ਪਰ ਵੀ ਸ਼ਕਤੀ ਨਹੀਂ, ਕਿਉਂਕਿ ਇਹ ਪ੍ਰਭੂ ਨੇ ਆਪ ਹੀ ਸਿਰਜੀ ਹੋਈ ਹੈ। ਪੱਛਮੀ ਫਿਲਾਸਫਰਾਂ ਵਿੱਚੋਂ ਅਫਲਾਤੂਨ ਨੇ ਨੇਕੀ ਦੇ 5 ਦਰਜੇ ਦੱਸੇ ਹਨ: ਪੁਰਸ਼ਾਰਥ, ਸੰਜਮ, ਨਿਆਂ, ਬੁੱਧੀ ਤੇ ਸ੍ਰੈ ਸਤਕਾਰ। ਅਰਸਤੂ ਇਹਨਾਂ ਨੂੰ ਮੰਨਦਾ ਹੋਇਆ ਇਹਨਾਂ ਵਿੱਚ ਹੋਰ ਵਾਅਦਾ ਕਰਦਾ ਹੈ। ਉਹ ਗੁਣ ਹਨ: ਸਵੈਮਾਨ, ਸੱਚਾਈ, ਖੁੱਲ੍ਹਦਿਲੀ, ਵੱਡਾ ਜੇਰਾ, ਦਾਨੀ ਸੁਭਾਅ ਤੇ ਮਿੱਤਰਤਾ। ਉਹ ਕਹਿੰਦਾ ਹੈ, ਮਨੁੱਖ ਭਾਵੇਂ ਕਿੰਨਾ ਚੰਗਾ ਹੋਵੇ, ਜਦ ਤੱਕ ਉਹ ਸਮਾਜਿਕ ਜੀਵਨ ਵਿੱਚ ਹਿੱਸਾ ਨਹੀਂ ਲੈਂਦਾ ਤਦ ਤੱਕ ਉਸ ਦਾ ਕੋਈ ਗੁਣ ਜਾਂ ਔਗੁਣ ਪ੍ਰਗਟ ਨਹੀਂ ਹੋ ਸਕਦਾ। ਇੱਕ ਪੱਛਮੀ ਵਿਦਵਾਨ ਦਾ ਕਥਨ ਹੈ, ਨਥਿੰਗ ਇਜ਼ ਗੁੱਡ ਔਰ ਬੈਡ, ਓਨਲੀ ਥਿੰਕਿੰਗ ਮੇਕਸ ਇਟ ਸੋ। ਭਾਵ ਆਪਣੇ ਆਪ ਵਿੱਚ ਚੰਗਾ ਤੇ ਮੰਦਾ ਕੁਝ ਵੀ ਨਹੀਂ, ਵਿਚਾਰ ਹੀ ਉਸ ਨੂੰ ਭਲਾ ਤੇ ਬੁਰਾ ਬਣਾ ਦਿੰਦੇ ਹਨ। ਗੁਰਮਤਿ ਵਿੱਚ ਪਾਪ ਪੁੰਨ ਕੀ ਹੈ? ਉਹ ਕਰਮ ਜੋ ਸਾਨੂੰ ਪ੍ਰਭੂ ਨਾਲ ਜੋੜਦਾ ਹੈ, ਉਸ ਵਿੱਚ ਲੀਨ ਕਰਦਾ ਹੈ, ਉਹ ਪੁੰਨ ਹੈ। ਇਸ ਦੇ ਉਲਟ ਪਾਪ ਹੈ। ਪੁੰਨ ਤੇ ਨੇਕੀ ਨਿਗਰ ਹੈ, ਉਸ ਦੇ ਲੱਛਣ ਕੀਤੇ ਜਾ ਸਕਦੇ ਹਨ। ਪਾਪ ਕੁਝ ਨਹੀਂ, ਉਸ ਦੀ ਤਾਰੀਫ ਨਹੀਂ ਕੀਤੀ ਜਾ ਸਕਦੀ। ਜਦ ਨੇਕੀ ਮਨ ਵਿੱਚ ਪ੍ਰਵੇਸ਼ ਕਰਦੀ ਹੈ, ਬਦੀ ਦੂਰ ਹੋ ਜਾਂਦੀ ਹੈ। ਵਾਹਿਗੁਰੂ ਨੂੰ ਭੁੱਲ ਜਾਣਾ ਹੀ ਪਾਪ ਤੇ ਬਦੀ ਹੈ। ਜਿਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੇ ਹੋਰ, ਨਾਨਕ ਜਮਪੁਰ ਬਦੈ ਮਾਰੀਐ ਜਿਉ ਸੰਨੀ ਉਪਰ ਚੋਰ। ਗੁਰਦਾਸ ਜੀ ਦੱਸਦੇ ਹਨ ਕਿ ਮਨ ਵਿੱਚ ਕਰਮ ਕਰਨ, ਸੋਚਣ ਜਾਂ ਵਿਚਾਰਨ ਦੀ ਇੱਕ ਸ਼ਕਤੀ ਹੈ। ਉਹ ਭਲੇ ਪਾਸੇ ਕੰਮ ਕਰੇ ਤਾਂ ਨੇਕੀ ਹੈ, ਨਹੀਂ ਤੇ ਬਦੀ ਹੁੰਦੀ ਹੈ। ਬਾਲਮਿਕ ਦੀ ਸ਼ਕਤੀ ਗਲਤ ਪਾਸੇ ਵਰਤੀ ਗਈ ਤਾਂ ਉਹ ਡਾਕੂ ਸੀ, ਸਹੀ ਪਾਸੇ ਹੋ ਗਈ ਤਾਂ ਉਹ ਸੰਤ ਬਣ ਗਿਆ। ਭਾਈ ਗੁਰਦਾਸ ਜੀ ਦੱਸਦੇ ਹਨ, ਸਾਇਰ ਵਿੱਚੋਂ ਨਿਕਲੇ ਕਾਲਕੂਟ ਤੇ ਅੰਮ੍ਰਿਤ ਵਾਣੀ, ਉਤ ਖਾਦੇ ਮਰ ਮੁਕੀਐ, ਉਤ ਖਾਦੇ ਹੋਏ ਅਮਰ ਪੁਰਾਣੀ। ਵਿਸ ਵਸੈ ਮੋਹਿ ਸਭ ਤੇ ਗਰੜ ਦੁਗਾਰ, ਅਮੀਏ ਰਸ ਜਾਣੀ। ਕਾਉ ਨ ਪਾਵੈ ਬੋਲਿਆ, ਕੋਇਲ ਬੋਲੀ ਸਭਨਾ ਪਾਣੀ। ਬੁਰ ਬੋਲਾ ਨ ਸੁਖਵਾਈ, ਮਿੱਠ ਬੋਲ ਜਗ ਮਿਤ ਵਿਡਾਣੀ। ਬੁਰਾ ਭਲਾ ਸਹਿਸਾਰ ਵਿੱਚ, ਪਰ ਉਪਕਾਰ ਵਿਕਾਰ ਨਿਸਾਣੀ। ਗੁੜ ਅਵਗੁਣ ਗਤ ਆਖ ਵਖਾਣੀ। ਸਿੱਖ ਜਦ ਵਾਹਿਗੁਰੂ ਨਾਲ ਜੁੜਦਾ ਹੈ, ਗੁਰੂ ਦੀ ਦੱਸੀ ਹੋਈ ਰਹਿਤ ਰੱਖਦਾ ਹੈ, ਸਤਸੰਗਤ ਕਰਦਾ ਹੈ, ਤਦ ਪਾਪ ਤੋਂ ਬਚ ਕੇ ਨੇਕ ਬਣ ਜਾਂਦਾ ਹੈ। ਵਾਹਿਗੁਰੂ ਦੀ ਰਜ਼ਾ ਵਿੱਚ ਕਰਮ ਕਰਨੇ ਨੇਕੀ ਅਤੇ ਹੋਮੇ ਵਿੱਚ ਕਰਮ ਕਰਨੇ ਬਦੀ ਹਨ। ਪਾਪ ਤੋਂ ਬਚਣ ਲਈ ਸਾਰੇ ਮਤਾਂ ਨੇ ਵੱਖ-ਵੱਖ ਸਾਧਨ ਦੱਸੇ ਹਨ। ਗੁਰਮਤਿ ਵਿੱਚ ਸਭ ਤੋਂ ਵੱਡਾ ਸਾਧਨ ਨਾਮ ਸਿਮਰਨ, ਸਤਸੰਗ ਅਤੇ ਸੇਵਾ ਦੱਸਿਆ ਹੈ। ਇਹਨਾਂ ਨਾਲ ਮਨ ਪਵਿੱਤਰ ਹੁੰਦਾ ਹੈ। ਦਸਮ ਪਾਤਸ਼ਾਹ ਨੇ ਸਿੱਖ ਨੂੰ ਜੋ ਰਹਿਤ ਦਿੱਤੀ ਹੈ, ਉਸ ਵਿੱਚ ਆਪਣਾ ਨਾਮ ਰੂਪ ਤੇ ਸਪਿਰਿਟ ਬਖਸ਼ੀ ਹੈ। ਸਿੰਘ ਕਹਾਉਣ ਵਾਲਾ ਨਾਮ ਕਰਕੇ ਗੁਰੂ ਨਾਲ ਜੁੜਦਾ ਹੈ। ਦਾੜੀ ਤੇ ਕੇਸ ਰੱਖ ਕੇ ਗੁਰੂ ਦਾ ਰੂਪ ਧਾਰਨ ਕਰਦਾ ਸਪਿਰਿਟ ਲੈ ਕੇ ਅੰਤਰਿਵ ਆਤਮੇ ਜੀ ਉੱਡਦਾ ਹੈ। ਪਾਪ ਕਰਨ ਲੱਗਿਆਂ ਫਲਸਫਾ ਜਾਂ ਗਿਆਨ ਛੇਤੀ ਨਹੀਂ ਯਾਦ ਆਉਂਦਾ। ਸਿੱਖੀ ਰਹਿਤ ਦੀਆਂ ਇਹ ਚੀਜ਼ਾਂ ਝਟਪਟ ਗੁਰੂ ਨਾਲ ਜੋੜਦੀਆਂ ਹਨ, ਪਾਪ ਕਰਨ ਤੋਂ ਰੋਕਦੀਆਂ ਹਨ। ਫਿਰ ਕੋਈ ਭੁੱਲ ਹੋ ਜਾਣ ਪਰ ਸੰਗਤ ਪਾਸੋਂ ਤਨਖਾਹ ਲਵਾਉਣੀ ਪਾਪ ਨੂੰ ਪ੍ਰਗਟ ਕਰਨ ਤੇ ਮਨ ਨੂੰ ਪਵਿੱਤਰ ਕਰ ਲੈਣ ਦਾ ਇੱਕ ਸਾਧਨ ਹੈ।